श्री वाहिगुरु। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। चक्र चहन अर वर्ण जात अर पात नहन जेहे। रूप रंग अर रेख भेख को कह न सकत केहे। अचल मूरत अनभव प्रकाश अम तोज कहिजै। कोट इंद्र इंद्राण साहे साहान गणिजै। त्रिभुवन महीप सुर नर असुर नेत नेत बन तृण कहत। तव सर्ब नाम कथय कवन कर्म नाम वर्णत सुमत। तव सर्ब नाम कथय कवन कर्म नाम वर्णत सुमत। तू ठाकुरो बैरागरो मैं जही घण चेरी राम। तू सागरो रतनागरो हो सार न जाना तेरी राम। सार न जाना तू वडदाना कर मेहरमत साई। कृपा कीजै सामत दीजै आठ पहर तुद ध्याई। गर्भ न कीजै रेण होवीजै तागत जियरे तेरी। सब ऊपर नानक का ठाकुर मैं जही कण चेरी राम। सब ऊपर नानक का ठाकुर मैं जही कण चेरी राम। हम सर दीन दयाल न तुम सर अब पतियार क्या कीजै। बचने तोर मोर मन मन जन को पूरन दीजै। हो बल बल जाओ रमैया कारण कारण कवन अबोल। बहुत जन्म बिछरे थे माधो एहो जन्म तुम्हारे लेखे। कह रविदास आस लग जीवो चिर भयो दर्शन देखे। दर्शन प्यासी दिन सरात चितवो अन दिन नीत। खोल कपट गुर मेलिया नानक हर संग मीत। हम अवगुण परे एक गुण नाही। अमृत छाड़ बिख बिख खाई। माया मोह परम पै भूले सुत दारा स्यों प्रीत। एक उत्तम पंथ सुन्यो गुर संगत तेह मिलंत जम त्रास मिटाई।
ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸਕਹੁ ਟਲ ਗੁਰ ਸੇਵੀਆ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੇ, ਤਾਕੋ ਧੋਖਾ ਕਹ ਬਿਆਪੈ। ਜਾ ਕੋ ਓਟ ਤੁਹਾਰੇ, ਹਰ ਬਿਸਰਤ ਸਦਾ ਖੁਆਰੇ। ਤਾਕੋ ਧੋਖਾ ਕਹ ਬਿਆਪੈ, ਜਾ ਕੋ ਓਟ ਤੁਹਾਰੇ। ਰਹਾਉ ਬੇਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੇ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੇ। ਗੁਣ ਨਦਾਨ ਗੁਣ ਤਿਨਹਿ ਗਾਏ, ਜਾ ਕਉ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੇ। ਗੁਣ ਨਦਾਨ ਗੁਣ ਤਿਨਹਿ ਗਾਏ, ਜਾ ਕਉ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਮਿਹਰਬਾਨ ਜਗਤ ਸਾਈਂ, ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਜਗਤ ਵਿੱਚ ਗਿਆਨ ਦਾ ਚਾਨਣਾ ਕਰਨ ਹਾਰੇ ਸਤਿਗੁਰੂ, ਅਗਿਆਨਤਾ ਦੀ ਨਿਰਵਿਰਤੀ ਕਰਨ ਵਾਲੇ ਗਰੀਬ ਨਵਾਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਮਿਹਰਬਾਨ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਜੁੜ ਕੇ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ
ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਜਦੋਂ ਸਾਡੀ ਸੁਰਤੀ ਵਿੱਚੋਂ ਵਿਸਿਮਰਤ ਹੁੰਦਾ ਹੈ ਤਾਂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਵਿੱਚ ਉਸ ਨੂੰ ਵਿਸਾਰਨ ਤੋਂ ਬਾਅਦ ਮਨੁੱਖੀ ਜ਼ਿੰਦਗੀ ਜਿਹੜੀ ਹੈ ਉਹਦੀ ਕੀ ਦਸ਼ਾ ਹੈ, ਉਹ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਦੱਸਿਆ। ਵਿਛੋੜਾ ਮੌਤ ਹੈ ਔਰ ਮਿਲਾਪ ਜ਼ਿੰਦਗੀ ਹੈ। ਇੱਕ ਜਨਮ ਦੇ ਨਹੀਂ, ਕਈ ਜਨਮਾਂ ਦੇ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ। ਬਹੁਤ ਜਨਮ ਵਿਛੜੇ ਥੇ ਮਾਧੋ, ਇੱਕ ਜਨਮ ਦੀ ਬਾਤ ਨਹੀਂ ਹੈ। ਵਿਛੋੜਿਆ ਕਿਉਂ ਹੈ? ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਪਰਮੇਸ਼ਰ ਦੀ ਜਿਹੜੀ ਬਲੀ ਮਾਇਆ ਹੈ, ਪ੍ਰਬਲ ਮਾਇਆ, ਉਹਨੇ ਪ੍ਰਮਾਤਮਾ ਦਾ ਨਾਮ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਾਡੇ ਹਿਰਦੇ ਚੋਂ ਸਾਨੂੰ ਭੁਲਾਇਆ ਹੋਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਜਦੋਂ ਆਪਣਾ ਹੁਕਮ ਵਰਤਾਇਆ, ਮਾਇਆ ਨੇ ਜਦੋਂ ਆਪਣਾ ਪ੍ਰਭਾਵ ਪਾਇਆ, ਤਾਂ ਉਸ ਵੇਲੇ ਮਨੁੱਖ ਦੇ ਹਿਰਦੇ ਚੋਂ ਪਰਮੇਸ਼ਰ ਦੀ ਲਿਵ ਟੁੱਟ ਗਈ। ਜਦੋਂ ਤੱਕ ਮਾਤਾ ਦੇ ਉਦਰ ਵਿੱਚ ਸੀ, ਲਿਵ ਲੱਗੀ ਰਹੀ। ਜਨਮ ਹੁੰਦਿਆਂ ਹੀ ਮਾਇਆ ਨੇ ਆਪਣਾ ਐਸਾ ਪ੍ਰਭਾਵ ਪਾਇਆ ਕਿ ਲਿਵ ਟੁੱਟ ਗਈ। ਇਹ ਮਾਇਆ ਹੈ ਵਾਹਿਗੁਰੂ ਜੀ ਐਸੀ ਹੈ ਕਿ ਇਸ ਮਾਇਆ ਨੇ ਸਾਡੇ ਹਿਰਦਿਆਂ 'ਚੋਂ ਤੇਰੇ ਚਰਨ ਵਿਸਾਰ ਦਿੱਤੇ ਹਨ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਮਹਾਰਾਜ, ਤੁਹਾਡੇ ਚਰਨ ਸਾਡੇ ਹਿਰਦੇ 'ਚ ਇਸ ਮਾਇਆ ਨੇ ਆਪਣਾ ਅਸਰ ਪਾ ਕੇ ਵਿਸਾਰ ਦਿੱਤੇ ਹੈ, ਭੁਲਾ ਦਿੱਤੇ ਹੈ। ਇਹੋ ਜੀ ਇਹ ਪ੍ਰਬਲ ਹੈ। ਤੋ ਸਾਹਿਬ ਜੀ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਮਨੁੱਖ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਚੋਂ ਵਿਸਾਰ ਦਿੰਦਾ ਹੈ ਤਾਂ ਉਹਦੀ ਕੀ ਦਸ਼ਾ ਹੈ, ਉਹ ਮਹਾਰਾਜ ਜੀ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਰਚਨਹਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ, ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਟੋਡੇ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੇ। ਰਾਗ ਟੋਡੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਚੋਂ ਵਿਸਾਰ ਕੇ ਇਸ ਮਨੁੱਖ ਦੀ, ਇਸ ਜੀਵ ਦੀ ਸਦਾ ਖੁਆਰੀ ਹੁੰਦੀ ਹੈ। ਖੁਆਰ ਹੋਣ ਦਾ ਕੀ ਮਤਲਬ ਹੈ ਕਿ ਮਨੁੱਖ, ਇਹ ਜੀਵ ਬਾਰ-ਬਾਰ ਜੰਮਦਾ ਮਰਦਾ ਰਹਿੰਦਾ। ਬਾਰ-ਬਾਰ ਜਨਮ ਮਰਨ ਹੋਣਾ ਇਹ ਖੁਆਰੀ ਹੈ। ਦਰ-ਬਦਰ ਠੋਕਰਾਂ ਖਾਣੀਆਂ, ਸੰਸਾਰ ਦੇ ਦੁੱਖਾਂ ਵਿੱਚ, ਵਿਕਾਰਾਂ ਦੇ ਵਿੱਚ ਖਚੇ ਰਹਿਣਾ, ਇਹ ਸਭ ਖੁਆਰੀ ਹੈ। ਰੱਬ ਨੂੰ ਭੁਲਾ ਕੇ ਹੀ ਸਾਰੀਆਂ ਖੁਆਰੀਆਂ ਸ਼ੁਰੂ ਹੁੰਦੀਆਂ। ਆਪਣਾ ਆਮ ਪੰਜਾਬੀ ਦਾ ਲਫ਼ਜ਼ ਆ ਵੀ ਖੁਆਰ ਹੋ ਰਿਹਾ, ਖੱਜਲ ਖੁਆਰ ਹੋ ਰਿਹਾ, ਯਾਨੀ ਕਿ ਦੁਖੀ ਹੋ ਰਿਹਾ, ਪਰੇਸ਼ਾਨ ਹੈ, ਚਿੰਤਤ ਹੈ, ਪੱਲੇ ਕੁਝ ਨਹੀਂ ਪੈ ਰਿਹਾ। ਤਾਂ ਇਦਾਂ ਦੀ ਖੁਆਰੀ ਪੱਲੇ ਪੈਂਦੀ ਆ ਮਨੁੱਖ ਦੇ ਜਦੋਂ ਹਰੀ ਵਿਸਰਿਆ ਹੋਵੇ।
ਤਦੇ ਸਿੱਖ ਅਰਦਾਸ ਕਰਦੇ ਨੇ ਮਹਾਰਾਜ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਮਹਾਰਾਜ ਸਾਡੇ ਹਿਰਦੇ ਚੋਂ ਵਿਸਰੋ ਨਾ, ਸਾਨੂੰ ਭੁੱਲੋ ਨਾ। ਸਦਾ ਸਾਡੀ ਸੁਰਤੀ ਵਿੱਚ ਮਹਾਰਾਜ ਜੀ ਤੁਹਾਡਾ ਸਿਮਰਨ ਬਣਿਆ ਰਹੇ, ਤੁਹਾਡੀ ਯਾਦ ਬਣੀ ਰਹੇ। ਜਿਹੜਾ ਸਮਾਂ ਸਾਈਂ ਦੀ ਯਾਦ ਵਿੱਚ ਬੀਤਦਾ ਉਹ ਸਮਾਂ ਸਫਲ ਹੈ, ਉਹ ਸਮਾਂ ਸਕਾਰਥ ਹੈ। ਤੇ ਜਿਹੜਾ ਸਮਾਂ ਉਹਦੀ ਯਾਦ ਤੋਂ ਬਿਨਾਂ ਬੀਤਦਾ ਉਹ ਨਿਰਾਰਥ ਹੈ, ਕਿਸੇ ਕੰਮ ਦਾ ਨਹੀਂ। ਤੋ ਹਰੀ ਨੂੰ ਵਿਸਾਰ ਕੇ ਜੀਵ ਖੁਆਰ ਹੀ ਹੁੰਦੇ ਆ, ਭਟਕਦੇ ਰਹਿੰਦੇ ਆ। ਕਈ ਪ੍ਰਕਾਰ ਦੇ ਜਨਮ ਮਰਨਾਂ ਵਿੱਚ ਭਟਕਦੇ, ਜੀਵਦਿਆਂ ਜੀਵ ਵੀ ਭਟਕਦੇ ਰਹਿੰਦੇ ਆ, ਮਰਨ ਤੋਂ ਬਾਅਦ ਵੀ ਭਟਕਦੇ ਰਹਿੰਦੇ ਆ। ਉਹਨਾਂ ਨੂੰ ਮਰਨ ਤੋਂ ਬਾਅਦ ਵੀ ਟਿਕਾ ਨਹੀਂ ਮਿਲਦਾ ਗੁਰੂ ਖਾਲਸਾ ਜੀ, ਉਹ ਭਟਕਦੇ ਰਹਿੰਦੇ ਆ। ਭੂਤ ਪ੍ਰੇਤ ਬਣ ਕੇ ਭਟਕੀ ਜਾਂਦੇ ਨੇ। ਮਿਲ ਜੇ ਅਗਲਾ ਜਨਮ ਤਾਂ ਫਿਰ ਭਟਕਦੇ ਰਹਿੰਦੇ ਆ। ਤੋ ਹਰੀ ਵਾਹਿਗੁਰੂ ਪਰਮੇਸ਼, ਕਿਉਂਕਿ ਮੂਲ ਭੁੱਲਿਆ ਹੋਇਆ ਨਾ। ਜਦੋਂ ਤੱਕ ਅਸੀਂ ਆਪਣੇ ਮੂਲ ਤੋਂ ਖੁੰਝੇ ਹੋਏ ਆ, ਸਾਨੂੰ ਆਪਣਾ ਮੂਲ ਹੀ ਨਹੀਂ ਚੇਤੇ, ਉਦੋਂ ਤੱਕ ਭਟਕਣ ਬਣੀ ਰਹਿਣੀ ਆ, ਖੁਆਰੀ ਬਣੀ ਰਹਿਣੀ। ਇਹ ਖੁਆਰੀ ਉਦੋਂ ਤੱਕ ਨਹੀਂ ਮਿਟਣੀ ਜਦੋਂ ਤੱਕ ਮੂਲ ਦੇ ਵਿੱਚ ਆ ਕੇ ਦੁਬਾਰਾ ਨਹੀਂ ਜੁੜ ਜਾਂਦੇ। ਮਿੱਟੀ ਦਾ ਜਿਹੜਾ ਕਣੂਕਾ ਹੁੰਦਾ ਨਾ, ਨਿੱਕਾ ਜਿਹਾ, ਉੱਡਦਾ ਹੈ, ਭਟਕਦਾ ਹਵਾ ਨਾਲ, ਉਦੋਂ ਤੱਕ ਭਟਕਦਾ ਰਹਿੰਦਾ ਜਦੋਂ ਤੱਕ ਮੁੜ ਕੇ ਆਪਣੇ ਮੂਲ ਵਿੱਚ, ਆਪਣੇ ਅਸਲੇ ਵਿੱਚ ਮਿੱਟੀ 'ਚ ਆ ਕੇ ਦੁਬਾਰਾ ਨਹੀਂ ਮਿਲ ਜਾਂਦਾ। ਤੋ ਇਸੇ ਪ੍ਰਕਾਰ ਜਦੋਂ ਤੱਕ ਆਪਣੇ ਮੂਲ ਤੋਂ ਟੁੱਟੇ ਹੋਇਆਂ ਭਟਕਣ ਬਣੀ ਰਹੇਗੀ। ਮੂਲ ਨਾਲ ਜੁੜਨਾ, ਸਾਡਾ ਮੂਲ ਕੀ ਹੈ? ਜਦੋਂ ਆਪਣਾ ਇਤਿਹਾਸ ਵਾਚਾਂਗੇ, ਗੁਰੂ ਸਾਹਿਬਾਂ ਦਾ ਜੀਵਨ ਪੜ੍ਹਾਂਗੇ, ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਵਿਚਾਰਾਂਗੇ, ਫਿਰ ਪਤਾ ਲੱਗੇਗਾ ਸਾਡਾ ਮੂਲ ਕੀ ਹੈ ਔਰ ਅਸੀਂ ਆਪਣਾ ਕੀ ਮੂਲ ਬਣਾਇਆ ਹੋਇਆ ਹੈ, ਕੀ ਤਾਂ ਬਣੇ ਕੀ ਹੋਏ ਆ। ਸ਼ੇਰ ਦਾ ਇੱਕ ਬੱਚਾ ਸੀ, ਆਜੜੀ ਨੂੰ ਮਿਲ ਗਿਆ। ਆਜੜੀ ਭੇਡਾਂ ਚਾਰਦਾ ਸੀ। ਉਹਨੇ ਆਖਿਆ ਬੱਚਾ, ਉਹਨੇ ਭੇਡਾਂ ਵਿੱਚ ਉਹਨੂੰ ਰੱਖ ਲਿਆ, ਪਾਲਿਆ। ਜਿਵੇਂ ਦੂਜੀਆਂ ਭੇਡਾਂ ਚਰਨ, ਉਦਾਂ ਹੀ ਉਹ ਸ਼ੇਰ ਚਰੇ। ਭੇਡਾਂ ਵਾਲੀਆਂ ਆਦਤਾਂ, ਭੇਡਾਂ ਵਾਲਾ ਸੁਭਾਅ। ਇੱਕਦਮ ਸਭ ਕੁਝ ਹੀ ਬਦਲ ਗਿਆ। ਉਹਨੂੰ ਆਪਣਾ ਅਸਲਾ ਹੀ ਨਹੀਂ ਪਤਾ, ਮੂਲ ਹੀ ਨਹੀਂ ਪਤਾ ਮੈਂ ਕੀ ਹਾਂ। ਉਹ ਆਪਣੇ ਆਪ ਨੂੰ ਭੇਡ ਹੀ ਸਮਝਣ ਲੱਗਾ। ਜਦੋਂ ਉਹਦੇ ਸਾਥੀ ਮਿਲੇ ਉਹਨੂੰ, ਜਿਹੜਾ ਉਹਦਾ ਅਸਲੀ ਮੂਲ ਸੀ, ਉਹਨਾਂ ਸਮਝਾਇਆ, ਉਹ ਕਿੱਥੇ ਭੇਡਾਂ ਚ ਰਲਿਆ ਬੈਠਾ, ਤੇਰਾ ਮੂਲ ਨਹੀਂ, ਇਹ ਤੇਰਾ ਖਾਜਾ ਨੇ ਭੇਡਾਂ, ਇਹ ਤਾਂ ਤੇਰੀ ਖੁਰਾਕ ਨੇ, ਤੂੰ ਇਹਨਾਂ ਵਿੱਚ ਉਹ ਕਹਿੰਦਾ ਨਹੀਂ, ਮੈਂ ਤਾਂ ਇਹਨਾਂ ਵਿੱਚ ਹੀ ਰਿਹਾ। ਉਹ ਕਹਿੰਦੇ ਇੱਕ ਵਾਰੀ ਦਹਾੜ ਮਾਰ, ਤੈਨੂੰ ਪਤਾ ਲੱਗ ਜਾਏਗਾ। ਜਦੋਂ ਉਹਨੇ ਦਹਾੜ ਮਾਰੀ ਤਾਂ ਉਹ ਸਾਰੀਆਂ ਭੇਡਾਂ ਇੱਕਦਮ ਤਿੱਤਰ ਬਿੱਤਰ ਹੋ ਗਈਆਂ। ਕਹਿੰਦੇ ਇਹ ਹੈ ਤੇਰਾ ਰੂਪ ਅਸਲੀ। ਗੁਰਦੇਵ ਨੇ ਜਿਹੜਾ ਸਾਡਾ ਰੂਪ ਸਾਨੂੰ ਬਖਸ਼ਿਸ਼ ਕੀਤਾ, ਉਹ ਸਿੰਘਾਂ ਵਾਲਾ, ਖਾਲਸੇ ਵਾਲਾ, ਬੱਬਰ ਸ਼ੇਰਾਂ ਵਾਲਾ ਹੈ। ਇਹ ਸਾਡਾ ਮੂਲ ਹੈ। ਬਹੁਤ ਸਾਰੇ ਲੋਕ ਆਪਣੇ ਇਸ ਮੂਲ ਨੂੰ ਭੁੱਲ ਕੇ ਭੇਡਾਂ 'ਚ ਜਾ ਰਲਦੇ ਆ, ਪਰ ਮੂਲ ਤਾਂ ਉਹੀ ਹੈ ਨਾ, ਪਿਛਲਾ ਪਿਛੋਕੜ, ਸਿੱਖ ਦਾ ਬੱਚਾ, ਸਿੰਘ ਦਾ ਬੱਚਾ। ਰਲ ਜ਼ਰੂਰ ਭੇਡਾਂ 'ਚ ਗਿਆ, ਪਰ ਸੱਜਣਾ ਉਦੋਂ ਤੱਕ ਤੇਰੀ ਖਲਾਸੀ ਨਹੀਂ ਹੋਣੀ ਜਦੋਂ ਤੱਕ ਇਹਨਾਂ ਭੇਡਾਂ 'ਚੋਂ ਨਿਕਲ ਕੇ ਆਪਣੇ ਮੂਲ ਨਾਲ ਨਹੀਂ ਜੁੜਦਾ। ਜਦੋਂ ਤੱਕ ਭੇਡਾਂ 'ਚ ਹੀ ਰਲਿਆ ਬੈਠਾ, ਉਦੋਂ ਤੱਕ ਭਟਕਣ ਹੀ ਰਹੇਗੀ ਤੇਰੇ ਪੱਲੇ। ਟਿਕਾ ਨਹੀਂ ਆਉਣਾ, ਹਿਰਦੇ ਦੀ ਸ਼ਾਂਤੀ ਨਹੀਂ ਆਉਣੀ। ਜਿਹੜੇ ਨੌਜਵਾਨ ਆਪਣੇ ਮੂਲ ਤੋਂ ਭੁੱਲ ਗਏ, ਜਿਨ੍ਹਾਂ ਨੂੰ ਆਪਣਾ ਮੂਲ ਭੁੱਲ ਗਿਆ ਵੀ ਸਾਡਾ ਮੂਲ ਕੀ ਹੈ, ਸਾਡਾ ਇਤਿਹਾਸ ਕੀ ਹੈ, ਉਹ ਨਸ਼ੇਖੋਰੀ ਦੀ ਲੱਤ 'ਚ ਲੱਗ ਗਏ।
ਉਹ ਸਮੈਕਾਂ ਪੀਣ ਲੱਗ ਪਏ, ਉਹ ਭੈੜੀਆਂ ਵਾਦੀਆਂ ਦੇ ਆਦੀ ਬਣ ਗਏ, ਜਦੋਂ ਮੂਲ ਹੀ ਨਹੀਂ ਚੇਤੇ ਵੀ ਸਾਡਾ ਮੂਲ ਕੀ ਹੈ। ਜਦੋਂ ਅਸੀਂ ਆਪਣੇ ਮੂਲ ਨੂੰ ਪਛਾਣਾਂਗੇ, ਇਹਦੇ 'ਚ ਕਮਜ਼ੋਰੀ ਮਾਂ-ਬਾਪ ਦੀ ਵੀ ਹੈ, ਜਿਹੜੇ ਆਪਣੇ ਬੱਚਿਆਂ ਨੂੰ ਮੂਲ ਦੱਸ ਹੀ ਨਹੀਂ ਸਕੇ ਵੀ ਤੁਹਾਡਾ ਮੂਲ ਕੀ ਹੈ, ਅਸਲਾ ਕੀ ਹੈ। ਕਿਉਂ ਨਹੀਂ ਦੱਸ ਸਕੇ? ਕਿਉਂਕਿ ਉਹਨਾਂ ਨੂੰ ਖੁਦ ਜਾਣਕਾਰੀ ਨਹੀਂ ਸੀ, ਉਹ ਆਪ ਹੀ ਨਹੀਂ ਸਨ ਜਾਣਦੇ। ਆਪ ਜਾਣਦੇ ਹੁੰਦੇ ਤਾਂ ਅੱਗੇ ਦੱਸਦੇ। ਇਹ ਵੱਡੀ ਸਮੱਸਿਆ। ਇਸ ਕਰਕੇ ਆਪਣੇ ਮੂਲ ਨੂੰ ਚੇਤੇ ਕਰਕੇ, ਅਸਲੇ ਨੂੰ ਸਮਝ ਕੇ ਅੱਗੇ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰੀਏ ਵੀ ਇਹ ਸਾਡਾ ਅਸਲ ਹੈ, ਇਹ ਸਾਡਾ ਮੂਲ ਹੈ। ਖਾਲਸਾ ਭੇਡਾਂ ਦੇ ਵਿੱਚ ਨਹੀਂ ਰਲ ਕੇ ਬਹਿੰਦਾ, ਸ਼ੇਰ ਹੈ ਸਿੰਘ ਸੇ ਸ਼ੇਰ। ਇਹਦਾ ਮੇਲ ਵਰਤਨ ਭੇਡਾਂ ਵਿੱਚ ਨਹੀਂ ਹੈ, ਇਹਦਾ ਮੇਲ ਵਰਤਨ ਸ਼ੇਰਾਂ ਦੇ ਵਿੱਚ ਹੁੰਦਾ, ਬੱਬਰ ਸ਼ੇਰਾਂ 'ਚ। ਭੇਡਾਂ ਬਣਾਉਣ ਦਾ ਯਤਨ ਕੀਤਾ ਗਿਆ ਸਮੇਂ ਦੀਆਂ ਸਰਕਾਰਾਂ ਵੱਲੋਂ। ਜਦੋਂ ਵੇਖਿਆ ਵੀ ਉੱਦਾਂ ਨਹੀਂ ਕਾਬੂ ਆਉਂਦੇ, ਇਹਨਾਂ ਨੂੰ ਭੇਡਾਂ ਬਣਾਓ, ਉਹਨਾਂ ਆਪਣੇ ਯਤਨਾਂ ਨਾਲ, ਆਪਣਿਆਂ ਤਰੀਕਿਆਂ ਨਾਲ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੀ ਧਰਤੀ ਦੇ ਵਾਸੀਆਂ ਨੂੰ, ਕਈ ਭੈੜੇ ਤਰੀਕਿਆਂ ਦੇ ਨਾਲ। ਉਹਦਾ ਬਾਰਡਰਾਂ ਦੇ ਇੱਕ ਸੂਈ ਤੱਕ ਵੀ ਉੱਥੋਂ ਇੱਧਰ ਉੱਧਰ ਨਹੀਂ ਜਾ ਸਕਦੀ, ਪਰ ਉਹ ਬਾਰਡਰਾਂ ਤੋਂ ਟੱਪ ਕੇ ਸਮੈਕ ਸਿੱਧੀ ਪੰਜਾਬ ਕਿਵੇਂ ਪਹੁੰਚ ਜਾਂਦੀ ਹੈ, ਇਹ ਸੋਚਣਾ ਪਵੇਗਾ। ਫਿਰ ਇਹ ਭੇਡਾਂ ਬਣਾਉਣ ਦੇ ਯਤਨ ਕਰ ਰਹੇ ਆ ਨਾ, ਇਹ ਸ਼ੇਰ ਨਾ ਬਣ ਜਾਣ, ਕਿਤੇ ਹੱਕ ਮੰਗਣਗੇ ਆਪਣਾ ਜੇ ਸ਼ੇਰ ਬਣੇ ਤਾਂ। ਤੋ ਆਪਣਾ ਮੂਲ ਪਛਾਣੀਏ, ਸਾਡਾ ਮੂਲ ਕੀ ਹੈ। ਜਦੋਂ ਤੱਕ ਮੂਲ ਨਹੀਂ ਪਛਾਣਾਂਗੇ, ਉਦੋਂ ਤੱਕ ਖੁਆਰ ਹੀ ਹੁੰਦੇ ਰਹਾਂਗੇ। ਜਿਸ ਦਿਨ ਸਾਨੂੰ ਸਾਡੇ ਮੂਲ ਦਾ ਪਤਾ ਲੱਗ ਗਿਆ ਵੀ ਸਾਡਾ ਮੂਲ ਬਾਬਾ ਜੱਸਾ ਸਿੰਘ ਆਹਲੂਵਾਲੀ ਆ, ਸਾਡਾ ਮੂਲ ਜਥੇਦਾਰ ਨਵਾਬ ਕਪੂਰ ਸਿੰਘ ਹੈ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਹਾਂ, ਜਿਹਨੇ ਦਿੱਲੀ ਦੇ ਤਖਤ ਨੂੰ ਡਾਵਾਂ ਡੋਲ ਕਰਕੇ ਰੱਖ ਦਿੱਤਾ ਸੀ, ਪਾਣੀਪਤ ਦੇ ਕੋਲ ਨਿਸ਼ਾਨ ਸਾਹਿਬ ਗੱਡ ਦਿੱਤਾ ਸੀ। ਖਬਰਦਾਰ ਦਿੱਲੀ ਵਾਲਿਓ, ਜੋ ਇਹ ਬਾਰਡਰ ਟੱਪ ਕੇ ਇੱਧਰ ਨੂੰ ਆਏ, ਆਉਣਾ ਸੁਹਿਰਦ ਭਾਵ ਨਾਲ ਆਓ, ਗੱਲ ਵਕੜੀਆਂ 'ਚ ਲੈ ਕੇ ਮਿਲਾਂਗੇ। ਜੇ ਮੰਦ ਦ੍ਰਿਸ਼ਟੀ ਲੈ ਕੇ ਆਓਗੇ ਫਿਰ ਨਹੀਂ। ਅਸੀਂ ਉਹਦੇ ਵਾਰਿਸ ਹਾਂ, ਇਹ ਸਾਡਾ ਮੂਲ ਹੈ। ਤੋ ਕਹਿਣ ਤੋਂ ਭਾਵ ਆਪਣਾ ਮੂਲ ਪਛਾਣਨਾ। ਜਦੋਂ ਤੱਕ ਮੂਲ ਤੋਂ ਖੁੰਝੇ ਹੋਏ ਆ, ਮੂਲ ਸਾਡੀ ਨਿਜ ਆਤਮਾ ਵੀ ਹੈ, ਅਸੀਂ ਪਰਮ ਤੱਤ ਵਿੱਚ ਵਿਲੀਨ ਹੋਣਾ, ਅਧਿਆਤਮਕ ਰੂਪ ਵਿੱਚ ਏਦਾਂ ਜਾਣ ਲਈਏ। ਸਮਾਜਿਕ ਪੱਖ ਤੱਕ ਵਰਣਨ ਹੋ ਗਿਆ, ਹੁਣ ਅਧਿਆਤਮਕ ਰੂਪ ਵਿੱਚ। ਅਧਿਆਤਮਕ ਰੂਪ ਦੇ ਵਿੱਚ ਸਾਡਾ ਮੂਲ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਤੱਕ ਉਹ ਮੂਲ ਨਹੀਂ ਜਾਣਿਆ, ਉਦੋਂ ਤੱਕ ਭਟਕਣ ਹੈ, ਉਦੋਂ ਤੱਕ ਭਰਮਣ ਹੈ, ਤੇ ਫਿਰ ਉਦੋਂ ਤੱਕ ਖੁਆਰੀ ਪੱਲੇ ਪਈ ਰਹਿੰਦੀ ਹੈ। ਜੰਮਦਾ ਮਰਦਾ ਰਹਿੰਦਾ ਜੀਵ, ਵਿਕਾਰਾਂ ਦੇ ਵਿੱਚ ਠੋਕਰਾਂ ਖਾਂਦਾ ਰਹਿੰਦਾ ਮਨੁੱਖ, ਜਦੋਂ ਤੱਕ ਹਰੀ ਵਿਸਰਿਆ ਹੋਇਆ। ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੇ। ਉਹਨਾਂ ਨੂੰ ਕਿਵੇਂ ਕਿਸੇ ਪ੍ਰਕਾਰ ਦਾ ਧੋਖਾ ਵਿਆਪ ਸਕਦਾ, ਜਿਨ੍ਹਾਂ ਨੂੰ ਹੇ ਵਾਹਿਗੁਰੂ ਤੇਰੀ ਓਟ ਹੈ, ਤੇਰੇ ਆਸਰੇ 'ਚ ਰਹਿਣ ਵਾਲਿਆਂ ਨੂੰ ਕਦੇ ਕੋਈ ਧੋਖਾ ਨਹੀਂ ਵਿਆਪਦਾ। ਮਹਾਰਾਜ ਜੀ, ਜਿਹੜੇ ਤੁਹਾਡੀ ਓਟ 'ਚ ਨੇ, ਤੁਹਾਡੇ ਆਸਰੇ 'ਚ ਨੇ, ਤੁਹਾਡੀ ਪਨਾਹ ਵਿੱਚ ਨੇ, ਉਹ ਕਦੇ ਕਿਸੇ ਪ੍ਰਕਾਰ ਦੇ ਧੋਖੇ ਵਿੱਚ ਨਹੀਂ ਆਉਂਦੇ। ਉਹਨਾਂ ਨੂੰ ਮਾਇਆ ਦਾ ਧੋਖਾ ਨਹੀਂ ਵਿਆਪ ਸਕਦਾ। ਜਿਹੜੇ ਤੁਹਾਡੀ ਪਨਾਹ 'ਚ ਰਹਿੰਦੇ, ਮਹਾਰਾਜ ਤੁਹਾਡੀ ਓਟ ਰੱਖਦੇ, ਤੁਹਾਡੀ ਸ਼ਰਨ 'ਚ ਨੇ। ਹਾਂਜੀ। ਰਹਾਉ ਬੇਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੇ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਜਿਹੜੀ ਬੀਤ ਰਹੀ ਹੈ, ਜੀਵਨ ਬਲ ਰਿਹਾ ਨਾ, ਬਲਣ ਦਾ ਮਤਲਬ ਹੁੰਦਾ ਬੀਤ ਰਿਹਾ। ਛਿਨ ਛਿਨ ਕਰਕੇ, ਪਲ ਪਲ ਕਰਕੇ ਤਾਂ ਜੀਵਨ ਬੀਤ ਹੀ ਰਿਹਾ।
ਤੇ ਜਿਹੜਾ ਜੀਵਨ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਬੀਤ ਰਿਹਾ ਹੈ, ਉਹ ਇਸ ਤਰ੍ਹਾਂ ਜਿਵੇਂ ਸੱਪ ਦੀ ਉਮਰ ਹੁੰਦੀ। ਸੱਪ ਦੀ ਉਮਰ ਵੀ ਬੀਤਦੀ ਜਾਏ, ਜਿੰਨੀ ਜ਼ਿਆਦਾ ਲੰਮੀ ਉਮਰ ਦਾ ਸੱਪ ਹੋਵੇਗਾ ਉਨਾ ਹੀ ਉਹ ਦੁਖੀ ਹੁੰਦਾ ਹੈ। ਇਸ ਕਰਕੇ ਸੱਪ ਦੀ ਲੰਮੀ ਉਮਰ ਦਾ ਕੋਈ ਉਹਨੂੰ ਲਾਭ ਨਹੀਂ ਹੈ। ਉਹਦੇ ਅੰਦਰ ਜ਼ਹਿਰ ਵੱਧਦਾ, ਬਿਖ ਵੱਧਦੀ ਹੈ ਤੇ ਦੁਖੀ ਹੁੰਦਾ ਚਲਿਆ ਜਾਂਦਾ। ਤਿਉਂ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਹੜੀ ਜ਼ਿੰਦਗੀ ਬੀਤਦੀ ਹੈ ਉਹ ਸੱਪ ਦੀ ਉਮਰ ਵਰਗੀ ਨਿਕੰਮੀ ਹੈ, ਕਿਸੇ ਕੰਮ ਦੀ ਨਹੀਂ। ਭਾਵੇਂ ਸੈਂਕੜੇ ਸਾਲ ਜੀਵੀ ਜਾਏ, ਕਿਆ ਫਾਇਦਾ ਉਸ ਜ਼ਿੰਦਗੀ ਦਾ ਜੇ ਉਹਦੇ ਵਿੱਚ ਰਾਸੀ ਨਹੀਂ ਹੈ, ਪਰਮੇਸ਼ਰ ਦੀ ਯਾਦ ਹੀ ਨਹੀਂ, ਅਕਾਲ ਪੁਰਖ ਦਾ ਸਿਮਰਨ ਹੀ ਨਹੀਂ, ਫਿਰ ਇਹੋ ਜਿਹੀ ਜ਼ਿੰਦਗੀ ਕਿਸ ਕੰਮ ਦੀ। ਇਹੋ ਜਿਹੇ ਜੀਵਨ ਨਾਲੋਂ ਤਾਂ ਪਸ਼ੂਆਂ ਦਾ ਜੀਵਨ ਚੰਗਾ ਕਈ ਗੁਣਾ। ਘਟੋ ਘੱਟ ਪਸ਼ੂ ਖਲ ਖਾ ਕੇ, ਤੂੜੀ ਖਾ ਕੇ, ਦੁੱਧ ਵਰਗਾ, ਅੰਮ੍ਰਿਤ ਵਰਗਾ ਦੁੱਧ ਤਾਂ ਦਿੰਦੇ ਆ ਨਾ। ਇਹ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਗੰਦ ਬਕਦਾ। ਚੰਗਾ ਖਾਣਾ ਤੇ ਮੰਦਾ ਬੋਲਣਾ ਇਹ ਸੁਭਾਅ ਮਨੁੱਖ ਦਾ, ਮਨਮੁਖ ਦਾ। ਖਾਣਾ ਚੰਗਾ, ਬੋਲਣਾ ਮੰਦਾ। ਸੂਰ ਨਾਲੋਂ ਵੀ ਮਾੜਾ ਕਹਿ ਸਕਦੇ ਇਹੋ ਜਿਹੇ ਬੰਦੇ ਨੂੰ। ਘਟੋ ਘੱਟ ਸੂਰ ਵੀ ਪਿੰਡ ਦਾ ਗੰਦ ਖਾਂਦਾ, ਉਹ ਸ਼ਹਿਰ ਦਾ ਗੰਦ ਖਾਂਦਾ। ਇਹ ਤਾਂ ਗੰਦ ਪਾਉਂਦਾ ਹੈ, ਪਰ ਸੂਰ ਨਾਲੋਂ ਮਾੜਾ ਹੀ ਹੋਇਆ ਨਾ। ਸਾਹਿਬ ਕਹਿੰਦੇ ਸਾਕਤ ਤੇ ਸੂਕਰ ਭਲਾ। ਸਾਕਤ ਬੰਦੇ ਨਾਲੋਂ ਤਾਂ ਸੂਰ ਚੰਗਾ। ਕਿੰਨੀ ਨਖਿੱਧ ਜੁਨੀ ਹੁੰਦੀ ਹੈ ਸੂਰ ਦੀ, ਪਰ ਸਾਕਤ ਉਹਦੇ ਨਾਲੋਂ ਵੀ ਮਾੜਾ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਮਨੁੱਖ ਦੀ ਬੀਤ ਰਹੀ ਜ਼ਿੰਦਗੀ ਸੱਪ ਦੀ ਉਮਰ ਦੇ ਤੁਲ ਹੈ। ਨਾਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੇ। 9 ਖੰਡਾਂ ਦਾ ਰਾਜ ਕਮਾ ਲਵੇ, ਪਰ ਅੰਤ ਨੂੰ ਸਭ ਕੁਝ ਹਾਰ ਕੇ ਜਾਣਾ ਪੈਂਦਾ ਸਾਕਤ ਨੂੰ। ਸਾਕਤ ਬਾਜੀ ਹਾਰੀ ਹੈ। ਸਾਕਤ ਆਪਣੀ ਬਾਜੀ ਹਾਰ ਕੇ ਜਾਂਦੇ ਐ, ਭਾਵੇਂ 9 ਖੰਡ ਪ੍ਰਿਥਵੀ ਦਾ ਰਾਜ ਉਹਨਾਂ ਨੂੰ ਪ੍ਰਾਪਤ ਹੋਵੇ, ਤੇ ਗੁਰਮੁਖ ਜਿੱਤ ਕੇ ਜਾਂਦੇ ਐ। ਗੁਰਮੁਖ ਜਿੱਤ ਕੇ ਜਾਂਦੇ ਆਪਣੀ ਬਾਜੀ ਨੂੰ। ਮਨਮੁਖ ਬੰਦਾ 9 ਖੰਡਾਂ ਦਾ ਰਾਜ ਪ੍ਰਾਪਤ ਕਰਕੇ ਵੀ ਹਾਰ ਕੇ ਜਾਂਦਾ ਹੈ। ਹਾਂਜੀ। ਗੁਣ ਨਿਧਾਨ ਗੁਣ ਤਿਨਹਿ ਗਾਏ, ਜਾ ਕਉ ਕਿਰਪਾ ਧਾਰੇ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਉਹਨਾਂ ਨੇ ਹੀ ਗਾਏ ਨੇ, ਜਿਨ੍ਹਾਂ ਤੇ ਵਾਹਿਗੁਰੂ ਨੇ ਆਪਣੀ ਕਿਰਪਾ ਧਾਰੀ। ਗੁਣ ਨਿਧਾਨ ਗੁਣ ਤਿਨਹਿ ਗਾਏ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਉਹਨਾਂ ਨੇ ਗਾਏ ਹਨ। ਜਾਂ ਕੋ ਕਿਰਪਾ ਧਾਰੀ, ਜਿਨ੍ਹਾਂ ਤੇ ਨਿਰੰਕਾਰ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ, ਸਵੱਲੀ ਨਿਗਾਹ ਕੀਤੀ ਹੈ, ਉਹੀ ਉਸ ਮਾਲਕ ਦੀ ਸਿਫਤ ਵਿੱਚ ਜੁੜਦੇ, ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ। ਹਾਂਜੀ। ਸੋ ਸੁਖਿਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ। ਉਹ ਸੁਖੀ ਹੈ ਔਰ ਉਸ ਦਾ ਜਨਮ ਧਨ ਹੈ। ਸੁਖੀ ਵੀ ਉਹ ਹੈ ਔਰ ਉਸ ਦਾ ਜਨਮ ਵੀ ਧਨ ਹੈ। ਤੇ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ, ਵਾਰੇ ਵਾਰੇ ਜਾਂਦਾ। ਕਿਸ ਤੋਂ? ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ, ਨਿਰੰਕਾਰ ਦੇ ਗੁਣ ਗਾਉਂਦਾ, ਉਹ ਸੁਖੀ ਵੀ ਹੈ ਔਰ ਉਸ ਦਾ ਜਨਮ ਵੀ ਧਨ ਹੈ। ਮੈਂ ਤਿਸ ਤੋਂ ਬਲਿਹਾਰ ਜਾਂਦਾ।